सत श्री अकाल प्यारे विद्यार्थियों, मैं वोकेशनल ट्रेनर जतिंदर कौर जो कि गवर्नमेंट गर्ल्स सीनियर सैकेंडरी स्मार्ट स्कूल बटाला जिला गुरदासपुर विखे हैल्थ केयर की ट्रेनर हाँ। प्यारे विद्यार्थी, जिवें कि तुहानूं पता है सारिआं नूं कि साडे कोल 12वीं क्लास विच 4 ईयर पैटर्न भी चल रहा है ते 2 ईयर पैटर्न भी। अज असीं 12वीं क्लास दा 2 ईयर पैटर्न दा यूनिट 6वां बायो वेस्ट मैनेजमेंट बारे पढ़ांगे, जिहदे विच पहला है इंट्रोडक्शन टू बायोमैडिकल वेस्ट मैनेजमेंट, दूसरा है सोर्सेज एंड डिस्पोजल ऑफ बायोमेडिकल वेस्ट, तीसरा है सेग्रीगेशन एंड ट्रांसपोर्टेशन ऑफ बायोमेडिकल वेस्ट, चौथा है रोल ऑफ हॉस्पिटल स्टाफ इन बायोमेडिकल वेस्ट मैनेजमेंट। अगे आपां इन्हां दी पूरा डिटेल विच इन्हां बारे जानकारी लवांगे। फर्स्ट है इंट्रोडक्शन टू बायोमेडिकल वेस्ट मैनेजमेंट, यानी कि जीव मैडिकल रहंद खूंद बारे जानकारी। सिहत उद्योग विच समान पूरा नहीं वरतिया जाता ਅਤੇ ਵਰਤੋਂ ਮਗਰੋਂ ਕੁਝ ਨਾ ਕੁਝ ਬਚ ਜਾਂਦਾ ਹੈ ਜਿਸ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਇਸ ਨੂੰ ਰਹਿੰਦ ਖੂੰਹਦ ਕਿਹਾ ਜਾਂਦਾ ਹੈ। ਅੱਜ ਕੱਲ੍ਹ ਦੇ ਹਸਪਤਾਲ ਸਿਹਤ ਸੇਵਾਵਾਂ ਲਈ ਬਹੁਤ ਸਾਰਾ ਸਮਾਨ ਵਰਤਦੇ ਹਨ। ਜਦੋਂ ਬਿਮਾਰੀ ਦੀ ਪਹਿਚਾਣ ਹੁੰਦੀ ਹੈ, ਇਲਾਜ ਹੁੰਦਾ ਹੈ, ਟੀਕੇ ਲੱਗਦੇ ਹਨ ਜਾਂ ਖੋਜ ਕੰਮ ਹੁੰਦੇ ਹਨ, ਉਦੋਂ ਹਸਪਤਾਲਾਂ ਵਿੱਚ ਰਹਿੰਦ ਖੂੰਹਦ ਪੈਦਾ ਹੁੰਦੀ ਹੈ। ਇਹ ਰੱਦੀ ਸਮਾਨ ਸਿਹਤ ਕਾਮਿਆਂ ਨੂੰ ਅੱਗੇ ਤੋਂ ਅੱਗੇ ਬਿਮਾਰੀਆਂ ਲਿਆਉਣ ਵਿੱਚ ਸਹਾਇਕ ਹੁੰਦੀ ਹੈ, ਇਸ ਲਈ ਇਹਨਾਂ ਦਾ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ। ਹਸਪਤਾਲਾਂ ਵਿੱਚ ਰਹਿੰਦ ਖੂੰਹਦ ਪ੍ਰਬੰਧ ਨੂੰ ਜੀਵ ਮੈਡੀਕਲ ਰਹਿੰਦ ਖੂੰਹਦ ਕਹਿੰਦੇ ਹਨ। ਇਹ ਰਹਿੰਦ ਖੂੰਹਦ ਰੋਗਾਂ ਦੀ ਪਛਾਣ, ਇਲਾਜ, ਟੀਕਾਕਰਨ ਨਾਲ ਪੈਦਾ ਹੁੰਦੇ ਹਨ। ਇਸ ਵਿੱਚ ਮਨੁੱਖੀ ਸਰੀਰ ਦੇ ਲਈ ਵਰਤੇ ਗਏ ਔਜ਼ਾਰ ਜਾਂ ਤਰਲ ਜਿਵੇਂ ਸਰਿੰਜਾਂ, ਸੂਈਆਂ, ਸਰਿੰਜਾਂ ਵਾਲੀਆਂ ਸ਼ੀਸ਼ੀਆਂ, ਅੰਗਾਂ ਦੇ ਸਰੀਰ ਦੇ ਹਿੱਸੇ, प्लास्टिक पट्टियां, ग्लूकोज दीआं बोतलां, जीवाणु विज्ञानी रद्दी शामिल है। नैक्सट है टर्मिनोलॉजी ऑफ हॉस्पिटल वेस्ट मैनेजमेंट। हस्पताल विच कई तरह दी रहंद खूंहद दी श्रेणियां दी वंड कीती गई है ते उन्हां नूं वख-वख नावां नाल जानिया जांदा है, जिहदे विच पहला है जीव डॉक्टरी रहंद खूंहद यानी कि बायोमैडिकल वेस्ट। ये ठोस जां तरल रद्दी हुंदी है जो कि किसी डब्बे च बंद हुंदी है ਅਤੇ ਇਹ ਰੱਦੀ ਮਰੀਜ਼ ਦੀ ਬਿਮਾਰੀ ਦੀ ਪਛਾਣ, ਇਲਾਜ ਜਾਂ ਟੀਕਾਕਰਨ ਕਾਰਨ ਪੈਦਾ ਹੁੰਦੀ ਹੈ। दूसरा है डॉक्टरी रद्दी यानी कि मैडिकल वेस्ट। यह रद्दी ਉਹ समान ਹੁੰਦਾ ਹੈ ਜੋ कि ਸਿਹਤ ਸੇਵਾਵਾਂ ਲਈ ਸਿਹਤ ਸੰਭਾਲ ਸੁਵਿਧਾਵਾਂ ਵਿੱਚ ਹਸਪਤਾਲ, ਕਲੀਨਿਕ, ਡਾਕਟਰੀ ਦਫ਼ਤਰਾਂ, ਦੰਦਾਂ ਦੇ ਡਾਕਟਰਾਂ, ਖੂਨ ਦੇ ਬੈਂਕਾਂ ਦੇ ਅਤੇ ਪਸ਼ੂ ਹਸਪਤਾਲਾਂ ਅਤੇ ਡਾਕਟਰੀ ਖੋਜ ਸੁਵਿਧਾਵਾਂ 'ਚ ਪੈਦਾ ਹੁੰਦਾ ਹੈ। ਅੱਗੇ ਹੈ ਕਲੀਨਿਕਲ ਰਹਿੰਦ ਖੂੰਹਦ ਯਾਨੀ ਕਿ ਕਲੀਨਿਕਲ ਵੇਸਟ। ਇਸ ਨੂੰ ਅਜਿਹੀ ਰਹਿੰਦ ਖੂੰਹਦ ਕਹਿੰਦੇ ਹਨ ਜੋ ਕਿ ਹਸਪਤਾਲਾਂ ਜਾਂ ਹੋਰ ਅਦਾਰਿਆਂ ਦੀ ਸਿਹਤ ਸੰਭਾਲ ਵਿੱਚ ਪੈਦਾ ਹੁੰਦੀ ਹੈ। ਇਸ ਦੇ ਵਿੱਚ ਘਰ ਦੀ ਰੱਦੀ ਸ਼ਾਮਿਲ ਨਹੀਂ ਹੁੰਦੀ। ਨੈਕਸਟ ਹੈ ਹਸਪਤਾਲ ਵਿੱਚ ਦੀ ਰੱਦੀ ਯਾਨੀ ਕਿ ਹਸਪੀਟਲ ਵੇਸਟ। ਇਸ ਵਿੱਚ ਬਾਇਓਲੋਜੀਕਲ ਤੇ ਨਾਨ ਬਾਇਓਲੋਜੀਕਲ ਹਸਪਤਾਲ ਰੱਦੀ ਸ਼ਾਮਿਲ ਹੈ ਅਤੇ ਇਸ ਦਾ ਅੱਗੇ ਪ੍ਰਯੋਗ ਨਹੀਂ ਕੀਤਾ ਜਾ ਸਕਦਾ। ਨੈਕਸਟ ਹੈ ਚੀਰਫਾੜ ਰੱਦੀ ਯਾਨੀ ਕਿ ਪੈਥੋਲੋਜੀਕਲ ਵੇਸਟ। ਇਸ ਵਿੱਚ ਚੀਰਫਾੜ ਅਤੇ ਹੋਰ ਡਾਕਟਰੀ ਢੰਗ ਜਿਵੇਂ ਟਿਸ਼ੂ, ਸਰੀਰ ਦੇ ਅੰਗ, ਹਿੱਸੇ ਜਾਂ ਸਰੀਰ ਦਾ ਤਰਲ ਅਤੇ ਹੋਰ ਨਮੂਨੇ ਜੋ ਡੱਬਿਆਂ ਵਿੱਚ ਹੁੰਦੇ ਹਨ ਸ਼ਾਮਿਲ ਹੁੰਦਾ ਹੈ। ਨੈਕਸਟ ਹੈ ਲਾਗ ਵਾਲੀ ਰਹਿੰਦ ਖੂੰਹਦ ਯਾਨੀ ਕਿ ਇਨਫੈਕਸ਼ੀਅਸ ਵੇਸਟ। ਇਸ ਵਿੱਚ ਜੀਵ ਮੈਡੀਕਲ ਰਹਿੰਦ ਖੂੰਹਦ ਸ਼ਾਮਿਲ ਹੈ ਜਿਸ ਨਾਲ ਵਾਇਰਸ, ਬੈਕਟੀਰੀਆ ਜਾਂ ਪੈਰਾਸਾਈਟਿਕ ਬਿਮਾਰੀਆਂ ਸ਼ਾਮਿਲ ਹਨ। ਇਸ ਵਿੱਚ ਕਈ ਸੰਜੀਵਾਂ ਦਾ ਜਮਾਵ ਹੁੰਦਾ ਹੈ। ਨੈਕਸਟ ਹੈ ਖਤਰੇ ਵਾਲੀ ਰੱਦੀ। ਇਸ ਵਿੱਚ ਜੀਵ ਰਹਿੰਦ ਖੂੰਹਦ ਦਾ ਉਹ ਹਿੱਸਾ ਸ਼ਾਮਿਲ ਹੈ ਜਿਸ ਵਿੱਚ ਸਿਹਤ ਅਤੇ ਮਨੁੱਖੀ ਜੀਵਨ ਲਈ ਖਤਰੇ ਪੈਦਾ ਹੁੰਦੇ ਹਨ। ਇਹ ਹੈ ਰੇਡੀਓ ਐਕਟਿਵ ਰੱਦੀ। ਇਸ ਵਿੱਚ ਰੱਦੀ ਦੂਸ਼ਿਤ ਹੋ ਜਾਂਦੀ ਹੈ। ਇਸ ਵਿੱਚ ਠੋਸ ਜਾਂ ਤਰਲ ਗੈਸਾਂ ਦੀ ਰੱਦੀ ਸ਼ਾਮਿਲ ਹੈ ਜੋ ਸਰੀਰ ਚੋਂ ਨਿਕਲਣ ਵਾਲੇ ਤਰਲ ਤੇ ਟਿਸ਼ੂਆਂ ਅਤੇ ਹੋਰ ਇਲਾਜ ਪ੍ਰਕਿਰਿਆਵਾਂ ਵਿੱਚੋਂ ਪੈਦਾ ਹੁੰਦੀ ਹੈ। ਅੱਗੇ ਹੈ ਆਮ ਰੱਦੀ ਯਾਨੀ ਕਿ ਜਨਰਲ ਵੇਸਟ। ਇਸ ਵਿੱਚ ਆਮ ਘਰੇਲੂ ਕਿਸਮ ਦੀ ਰੱਦੀ ਦਫ਼ਤਰ, ਜਨਤਕ ਥਾਵਾਂ, ਸਟੋਰ, ਸੇਵਾ ਖੇਤਰ, ਅਖਬਾਰ ਪੱਤਰ, ਦਸਤਾਵੇਜ਼, ਗੱਤੇ, ਧਾਤ ਕੈਨ, ਫਰਸ਼ ਸਾਫ਼ ਕਰਨ ਵਾਲੇ ਤੇ ਰਸੋਈ ਰੱਦੀ ਆਦਿ ਸ਼ਾਮਿਲ ਹੁੰਦੀ ਹੈ। ਅੱਗੇ ਹੈ ਰੀਸਾਈਕਲੇਬਲ ਵੇਸਟ ਯਾਨੀ ਕਿ ਮੁੜ ਵਰਤੋਂ 'ਚ ਆਉਣ ਵਾਲੀ ਰੱਦੀ। ਇਸ ਵਿੱਚ ਸ਼ੀਸ਼ਾ ਸਫਾਈ ਤੋਂ ਬਾਅਦ, ਕਾਗਜ਼, ਗੱਤਾ, ਐਲੂਮੀਨੀਅਮ, ਐਕਸਰੇ ਫਿਲਮਾਂ, ਐਕਸਰੇ ਘੋਲ ਆਦਿ ਸ਼ਾਮਿਲ ਹੁੰਦੇ ਹਨ।
ਨੈਕਸਟ ਹੈ ਥਰਡ ਕੈਟੇਗਰੀ ਆਫ ਹਸਪੀਟਲ ਵੇਸਟ ਮੈਨੇਜਮੈਂਟ, ਯਾਨੀ ਕਿ ਹਸਪਤਾਲ ਦੀ ਰਹਿੰਦ ਖੂੰਹਦ ਦੀ ਸ਼੍ਰੇਣੀ ਵੰਡ। WHO ਨੇ ਹਸਪਤਾਲ ਰਹਿੰਦ ਖੂੰਹਦ ਨੂੰ ਕਈ ਸ਼੍ਰੇਣੀਆਂ ਵਿੱਚ ਵੰਡਿਆ ਹੈ, ਜਿਨ੍ਹਾਂ ਵਿੱਚ ਪਹਿਲਾ ਹੈ ਆਮ ਰਹਿੰਦ ਖੂੰਹਦ, ਜਿਹਦੇ ਵਿੱਚ ਦਫ਼ਤਰਾਂ, ਪ੍ਰਬੰਧਕੀ ਅਦਾਰੇ, ਰਸੋਈ, ਲਾਂਡਰੀ ਤੇ ਸਟੋਰ ਆਦਿ ਵਿੱਚੋਂ ਮਿਲਣ ਵਾਲੀ ਰੱਦੀ ਹੈ। ਦੂਸਰਾ ਹੈ ਸ਼ਾਰਪ ਹਾਈਡਰੋਮੈਟਿਕ ਸੂਈਆਂ, ਟਿਊਬਾਂ ਨਾਲ ਜੁੜੀਆਂ ਸੂਈਆਂ, ਬਲੇਡ, ਮੇਖਾਂ, ਟੁੱਟੇ ਸ਼ੀਸ਼ੇ ਦੇ ਟੁਕੜੇ ਆਦਿ ਇਸ ਵਿੱਚ ਸ਼ਾਮਿਲ ਹੁੰਦੇ ਹਨ। ਤੀਸਰੀ ਹੈ ਲਾਗ ਯਾਨੀ ਕਿ ਇਨਫੈਕਟਡ ਰੱਦੀ, ਜਿਸ ਵਿੱਚ ਸਮਾਨ ਦੇ ਸੰਦ ਜੋ ਕਿ ਪਛਾਣ ਦੇ ਇਲਾਜ ਲਈ ਵਰਤੇ ਜਾਂਦੇ ਹਨ। ਚੀਰ ਫਾੜ ਵਾਲੀ ਰੱਦੀ ਜਿਵੇਂ ਕਿ ਟਿਸ਼ੂ ਵਗੈਰਾ ਇਸ ਵਿੱਚ ਸ਼ਾਮਿਲ ਹੁੰਦੇ ਹਨ। ਚੌਥਾ ਹੈ ਕੈਮੀਕਲ ਵੇਸਟ, ਜੋ ਕਿ ਟਿਸ਼ੂ ਦੇ ਅੰਗਾਂ ਦੀ ਕਾਇਮੀ ਲਈ ਵਰਤੇ ਐਕਸਰੇ ਵਿਭਾਗ 'ਚ ਵਰਤੀ ਸਮੱਗਰੀ ਜਾਂ ਹੋਰ ਘੋਲ ਜਿਵੇਂ ਕਿ ਇਥੇਨੋਲ ਜਾਂ ਮਿਥੇਨੋਲ ਆਦਿ ਸ਼ਾਮਿਲ ਹੁੰਦੇ ਹਨ। ਅਗਲਾ ਹੈ ਸਾਈਕੋਟੌਕਸਿਕ ਡਰੱਗਸ, ਇਸ ਵਿੱਚ ਕੈਂਸਰ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਾ ਵੇਸਟ ਇਕੱਠਾ ਕੀਤਾ ਜਾਂਦਾ ਹੈ। ਅੱਗੇ ਹੈ ਚੌਥਾ ਪੁਆਇੰਟ ਕੈਟੇਗਰੀਜ਼ ਆਫ ਬਾਇਓਮੈਡੀਕਲ ਵੇਸਟ ਮੈਨੇਜਮੈਂਟ। ਵਾਤਾਵਰਨ ਤੇ ਜੰਗਲਾਤ ਮੰਤਰਾਲੇ ਨੇ ਕੁਝ ਨਿਯਮ ਤਿਆਰ ਕੀਤੇ ਹਨ, ਜੋ ਕਿ ਉਹਨਾਂ ਦੇ ਸੈਸ਼ਨ 6, 8 ਅਤੇ 25 ਵਾਤਾਵਰਨ ਬਚਾਓ 1986 ਕਾਨੂੰਨ ਰਾਹੀਂ ਮਿਲੀਆਂ ਸ਼ਕਤੀਆਂ ਅਧੀਨ ਕੀਤੇ ਹਨ। ਜੀ ਮੈਡੀਕਲ ਰਹਿੰਦ ਖੂੰਹਦ ਦੀਆਂ ਪ੍ਰਬੰਧਕ ਸ਼੍ਰੇਣੀਆਂ ਨਿਯਮ 1988 ਦੇ ਹਿਸਾਬ ਨਾਲ ਇਸ ਪ੍ਰਕਾਰ ਹਨ। ਸ਼੍ਰੇਣੀ ਪਹਿਲੀ, ਇਸ ਵਿੱਚ ਮਨੁੱਖੀ ਅਨਾਟਮੀ ਰੱਦੀ ਆਉਂਦੀ ਹੈ। 2 ਨੰਬਰ ਵਿੱਚ ਪਸ਼ੂਆਂ ਦੀ ਰਹਿੰਦ ਖੂੰਹਦ। ਨੰਬਰ 3 ਮਾਈਕਰੋਬਾਇਓਲੋਜੀ ਤੇ ਬਾਇਓਟੈਕਨੋਲੋਜੀ ਰਹਿੰਦ ਖੂੰਹਦ। ਸ਼੍ਰੇਣੀ ਨੰਬਰ 4 'ਚ ਤਿੱਖੀਆਂ ਰਹਿੰਦ ਖੂੰਹਦ ਚੀਜ਼ਾਂ। ਸ਼੍ਰੇਣੀ 5 'ਚ ਬੇਕਾਰ ਹੋਈਆਂ ਦਵਾਈਆਂ ਅਤੇ ਪਲੀਤ ਹੋਈਆਂ ਦਵਾਈਆਂ। ਸ਼੍ਰੇਣੀ 4 ਠੋਸ ਰੱਦ ਚੀਜ਼ਾਂ ਜੋ ਕਿ ਖੂਨ ਜਾਂ ਸਰੀਰ ਦੇ ਤਰਲਾਂ ਨਾਲ ਜੁੜੀਆਂ ਹਨ, ਜਿਵੇਂ ਕਿ ਪੱਟੀਆਂ, ਪਲਾਸਟਰ, ਕੱਪੜੇ, ਬਿਸਤਰੇ ਤੇ ਖੂਨ ਨਾਲ ਲਿਬੜਿਆ ਹੋਇਆ ਹੋਰ ਸਮਾਨ। ਸ਼੍ਰੇਣੀ ਨੰਬਰ 7 ਵਿੱਚ ਠੋਸ ਰਹਿੰਦ ਖੂੰਹਦ ਸ਼ਾਮਿਲ ਹੈ, ਜਿਵੇਂ ਕਿ ਟਿਊਬਾਂ, ਨਿਕਾਸ ਨਲੀਆਂ ਆਦਿ। ਸ਼੍ਰੇਣੀ ਨੰਬਰ 8 ਵਿੱਚ ਤਰਲ ਰਹਿੰਦ ਖੂੰਹਦ ਰੱਦੀ ਸ਼ਾਮਿਲ ਹੈ, ਜੋ ਕਿ ਪ੍ਰਯੋਗਸ਼ਾਲਾ ਵਿੱਚ ਵਰਤੀ ਜਾਂਦੀ ਹੈ। ਸ਼੍ਰੇਣੀ ਨੰਬਰ 9 ਇਸ ਵਿੱਚ ਭਸਮੀਕਰਨ ਸਵਾਹ ਜੀਵ ਰਹਿੰਦ ਖੂੰਹਦ ਤੋਂ ਉਪਜਾਈ ਸਵਾਹ ਸ਼ਾਮਿਲ ਹੈ। ਸ਼੍ਰੇਣੀ ਨੰਬਰ 10 ਵਿੱਚ ਰਸਾਇਣਿਕ ਰਹਿੰਦ ਖੂੰਹਦ ਸ਼ਾਮਿਲ ਹੈ। ਨੈਕਸਟ ਹੈ ਇੰਪੋਰਟੈਂਸ ਆਫ ਵੇਸਟ। ਹਸਪਤਾਲਾਂ ਦੀ ਰਹਿੰਦ ਖੂੰਹਦ ਹੇਠ ਲਿਖੇ ਨੁਕਤਿਆਂ ਤੋਂ ਮਹੱਤਵਪੂਰਨ ਹੈ। ਜੋ ਸਟਾਫ ਹਸਪਤਾਲਾਂ ਵਿੱਚ ਕੰਮ ਕਰਦਾ ਹੈ, ਉਹ ਸਿੱਧੇ ਤੌਰ ਤੇ ਰਹਿੰਦ ਖੂੰਹਦ ਦੇ ਸਾਹਮਣੇ ਹੁੰਦਾ ਹੈ। ਇਸ ਦਾ ਜੋ ਪ੍ਰਭਾਵ ਹਸਪਤਾਲ ਦੇ ਸਟਾਫ ਤੇ ਪੈਂਦਾ ਹੈ, ਉਹ ਇਸ ਪ੍ਰਕਾਰ ਹੈ। ਹਸਪਤਾਲ ਦਾ ਸਟਾਫ ਬਣਾਉਣ, ਜੁਦਾ ਕਰਨ, ਇਕੱਠਾ ਕਰਨ, ਸਾਂਭਣ ਅਤੇ ਸਹੀ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਸਿਹਤ ਸੰਭਾਲ ਕਾਮੇ ਇਸ ਕਿੱਤੇ ਵਿੱਚ ਹੋਣ ਕਾਰਨ ਤਿੱਖੇ ਔਜ਼ਾਰ, ਸੂਈਆਂ, ਬਲੇਡ ਵਗੈਰਾ ਨਾਲ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਲਾਗ ਦਾ ਖਤਰਾ ਰਹਿੰਦਾ ਹੈ। ਉਹਨਾਂ ਨੂੰ ਏਡਜ਼ ਅਤੇ ਹੈਪੇਟਾਈਟਸ ਬੀ ਤੇ ਸੀ ਦਾ ਖਤਰਾ ਬਣਿਆ ਰਹਿੰਦਾ ਹੈ। ਹਸਪਤਾਲ ਦੇ ਅਧਿਕਾਰੀਆਂ ਨੂੰ ਸਿਹਤ ਕਾਮਿਆਂ ਲਈ ਪੜ੍ਹਾਉਣ ਤੇ ਟ੍ਰੇਨਿੰਗ ਦੇ ਪ੍ਰੋਗਰਾਮ ਰੱਖਣੇ ਚਾਹੀਦੇ ਹਨ ਅਤੇ ਉਹਨਾਂ ਲਈ ਲੋੜੀਂਦੀ ਮਾਤਰਾ ਵਿੱਚ ਦਸਤਾਨੇ, ਮਾਸਕ, ਢੱਕਣ ਵਾਲੇ ਬੂਟ, ਗੋਗਲਜ਼, ਰਬੜ ਦੇ ਵੱਡੇ ਬੂਟ, ਗਾਊਨ ਅਤੇ ਸਿਰ ਦੀਆਂ ਟੋਪੀਆਂ ਦੇਣੀਆਂ ਚਾਹੀਦੀਆਂ ਹਨ, ਤਾਂ ਕਿ ਰਹਿੰਦ ਖੂੰਹਦ ਤੋਂ ਹੋਣ ਵਾਲੀ ਲਾਗ ਤੋਂ ਬਚਿਆ ਜਾ ਸਕੇ। ਹਸਪਤਾਲ ਵਿੱਚ ਮਰੀਜ਼ ਦੇ ਨਾਲ ਕਈ ਹੋਰ ਸਹਿਯੋਗੀ ਰਿਸ਼ਤੇਦਾਰ ਆਦਿ ਵੀ ਆਉਂਦੇ ਹਨ, ਜੋ ਕਿ ਮਰੀਜ਼ ਦੀ ਸੇਵਾ ਕਰਦੇ ਹਨ ਤੇ ਉਹਨਾਂ ਵਿੱਚ ਵੀ ਕਈ ਵਾਰ ਇਹ ਲਾਗ ਫੈਲ ਸਕਦੀ ਹੈ, ਕਿਉਂਕਿ ਉਹ ਮਰੀਜ਼ ਦੀ ਸਿਹਤ ਸੰਭਾਲ ਕਰਦੇ ਹਨ, ਉਸਦੀ ਟਰਾਲੀਆਂ ਤੋਂ ਵੀ ਸਮਾਨ ਰੱਖਦੇ ਚੁੱਕਦੇ ਹਨ। ਇਹ ਸਾਰੇ ਕੇਸਾਂ ਵਿੱਚ ਉਹ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਇਹ ਹਸਪਤਾਲ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਆਮ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖੇ। ਕੁਝ ਹਸਪਤਾਲ ਕਾਫੀ ਸਮਾਨ ਆਮ ਰੱਦੀ ਵਿੱਚ ਸੁੱਟ ਦਿੰਦੇ ਹਨ, ਜੋ ਕਿ ਪਬਲਿਕ ਹੈਲਥ ਅਧਿਕਾਰੀਆਂ ਦੇ ਧਿਆਨ ਵਿੱਚ ਆ
ਹਸਪਤਾਲ ਦੇ ਅੰਦਰਲੇ ਵਾਤਾਵਰਣ ਦਾ ਸਿੱਧਾ ਤਾਲਮੇਲ ਬਾਹਰਲੇ ਵਾਤਾਵਰਣ ਨਾਲ ਹੁੰਦਾ ਹੈ। ਹਸਪਤਾਲਾਂ ਵਿੱਚ ਗੈਸ ਤੇ ਤਪਸ਼ ਪੈਦਾ ਹੋਣ ਤੋਂ ਬਾਅਦ ਬਾਹਰਲੇ ਵਾਤਾਵਰਣ 'ਚ ਚਲੀ ਜਾਂਦੀ ਹੈ। ਹਸਪਤਾਲ ਅੰਦਰਲਾ ਵਾਤਾਵਰਣ ਬੈਕਟੀਰੀਆ ਆਦਿ ਨਾਲ ਦੂਸ਼ਿਤ ਹੁੰਦਾ ਹੈ, ਜਿਸ ਨਾਲ ਬਾਹਰੀ ਵਾਤਾਵਰਣ 'ਚ ਜ਼ਹਿਰ ਫੈਲਦਾ ਹੈ, ਜੋ ਕਿ ਮੁਰਦਾ ਘਰਾਂ ਤੇ ਹੋਰ ਵਿਭਾਗਾਂ 'ਚੋਂ ਪੈਦਾ ਹੋ ਕੇ ਬਾਹਰਲੇ ਵਾਤਾਵਰਣ ਵਿੱਚ ਰਲ ਜਾਂਦਾ ਹੈ। ਇਸ ਨਾਲ ਪ੍ਰਦੂਸ਼ਣ ਫੈਲਦਾ ਹੈ। ਅੱਗੇ ਹੈ ਸੰਜੀਵ ਇਕਾਈ ਲਾਗ, ਯਾਨੀ ਕਿ ਨੋਸੋਕੋਮੀਕਲ ਇਨਫੈਕਸ਼ਨ। ਸੰਜੀਵ ਇਕਾਈ ਅਜਿਹੀ ਲਾਗ ਹਨ ਜੋ ਕਿ ਹਸਪਤਾਲ ਵਿੱਚ ਮਿਲਦੀਆਂ ਹਨ, ਜੋ ਕਿ ਐਂਟੀਬਾਇਓਟਿਕ ਆਰਗੇਨਿਜ਼ਮ ਦੀਆਂ ਵਿਰੋਧੀ ਹਨ। ਇਹ ਉਹ ਇਨਫੈਕਸ਼ਨ ਹੈ ਜੋ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਨਹੀਂ ਸੀ, ਪਰ ਦਾਖਲ ਹੋਣ ਦੇ 72 ਘੰਟੇ ਅੰਦਰ ਹੋ ਜਾਂਦੀ ਹੈ। ਹਸਪਤਾਲ 'ਚੋਂ ਮਿਲਣ ਵਾਲੀ ਲਾਗ ਇਸ ਪ੍ਰਕਾਰ ਹੈ: ਮਰੀਜ਼ ਦਾ ਆਪਣਾ ਫਲੋਰਾ, ਦੂਸਰੇ ਮਰੀਜ਼ ਦਾ ਫਲੋਰਾ, ਕੋਈ ਚੀਜ਼ ਜਾਂ ਵਸਤੂ ਜੋ ਕਿ ਲਾਗ ਦੇ ਕੀਟਾਣੂਆਂ ਨੂੰ ਅੱਗੇ ਲਿਜਾਣ ਦੇ ਯੋਗ ਹੋਵੇ, ਵਾਤਾਵਰਣ, ਸੋਮੇ, ਮਰੀਜ਼ ਵੱਲੋਂ ਸੇਵਕਾਂ, ਯਾਤਰੀਆਂ ਤੇ ਹਸਪਤਾਲ ਸਟਾਫ ਵੱਲੋਂ ਦੂਸ਼ਿਤ ਕਰਨਾ। ਲਾਗ ਦੇ ਹੇਠ ਲਿਖੇ ਤਰੀਕੇ ਹਨ। ਸਾਹ ਰਾਹੀਂ ਵੀ ਇਹ ਲਾਗ ਸਾਡੇ ਸਰੀਰ ਅੰਦਰ ਜਾ ਸਕਦੀ ਹੈ, ਸਿੱਧੇ ਮੇਲ ਜੋਲ ਰਾਹੀਂ, ਚਮੜੀ ਰਾਹੀਂ, ਭੋਜਨ, ਪਾਣੀ ਜਾਂ ਦੂਸ਼ਿਤ ਹੱਥਾਂ ਰਾਹੀਂ, ਟੀਕਿਆਂ ਤੇ ਖੂਨ ਚੜਾਉਣ ਸਮੇਂ ਔਜ਼ਾਰਾਂ ਤੇ ਹੋਰ ਸਮਾਨ ਰਾਹੀਂ ਵੀ ਕਈ ਤਰ੍ਹਾਂ ਦੀਆਂ ਲਾਗ ਜਿਹੜੀ ਸਾਡੇ ਸਰੀਰ ਵਿੱਚ ਜਾ ਸਕਦੀ ਹੈ, ਜਿਸ ਨਾਲ ਸਾਨੂੰ ਹੋਰ ਵੀ ਬਿਮਾਰੀਆਂ ਫੈਲ ਸਕਦੀਆਂ ਹਨ। ਇਸ ਨੂੰ ਰੋਕਣ ਲਈ ਸਾਰੀ ਰਹਿੰਦ ਖੂੰਹਦ ਦਾ ਸਹੀ ਤਰ੍ਹਾਂ ਨਿਪਟਾਰਾ ਕਰਨਾ ਚਾਹੀਦਾ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਸਮਾਨ ਵਰਤਿਆ ਜਾਏ ਉਸ ਤੋਂ ਬਾਅਦ ਆਪਣੇ ਹੱਥ ਚੰਗੀ ਤਰ੍ਹਾਂ ਧੋ ਲਏ ਜਾਣ। ਸੈਕਿੰਡ ਪੁਆਇੰਟ ਹੈ ਸੋਰਸਿਸ ਐਂਡ ਡਿਸਪੋਜ਼ਲ ਆਫ ਬਾਇਓਮੈਡੀਕਲ ਵੇਸਟ, ਯਾਨੀ ਕਿ ਜੀਵ ਮੈਡੀਕਲ ਰਹਿੰਦ ਖੂੰਹਦ ਦੇ ਸੋਮੇ ਅਤੇ ਉਸ ਦਾ ਨਿਪਟਾਰਾ। ਮੈਡੀਕਲ ਰਹਿੰਦ ਖੂੰਹਦ ਦੇ ਸੋਮੇ, ਇਹ ਰਹਿੰਦ ਖੂੰਹਦ ਸਰੀਰ ਅਤੇ ਮੈਡੀਕਲ ਸੋਮਿਆਂ ਤੋਂ ਪੈਦਾ ਹੁੰਦੀ ਹੈ। ਇਸ ਤੋਂ ਬਿਨਾਂ ਹਸਪਤਾਲ, ਕਲੀਨਿਕ, ਸਿਹਤ ਸੰਭਾਲ ਸੰਸਥਾਵਾਂ, ਪਸ਼ੂ ਹਸਪਤਾਲ ਵਗੈਰਾ ਤੋਂ ਵੀ ਰਹਿੰਦ ਖੂੰਹਦ ਪੈਦਾ ਹੁੰਦੀ ਹੈ। ਇਸ ਵਿੱਚ ਇਸ ਦੀ ਰਹਿੰਦ ਖੂੰਹਦ ਇਸ ਪ੍ਰਕਾਰ ਹੈ: ਪਹਿਲਾ, ਹਸਪਤਾਲ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਹਸਪਤਾਲ ਜਿਵੇਂ ਜਨਰਲ, ਸਪੈਸ਼ਲ, ਪ੍ਰਾਈਵੇਟ ਤੇ ਸਰਕਾਰੀ ਇਸ ਰਹਿੰਦ ਖੂੰਹਦ ਨੂੰ ਪੈਦਾ ਕਰਦੇ ਹਨ। ਬਾਕੀ ਹਸਪਤਾਲਾਂ ਵਿਚਲੇ ਮਹਿਕਮੇ ਜਿਵੇਂ ਕਿ ਸਰਜਰੀ, ਗਾਇਨੋਕੋਲੋਜੀ, ਅਬਸਟੈਟਿਕ, ਪੈਡੀਆਟ੍ਰਿਕਸ, ਔਨਕੋਲੋਜੀ, ਆਰਥੋਪੈਡਿਕਸ, ENT, ਸਰੀਰਕ ਦਵਾਈਆਂ ਅਤੇ ਮੁੜ ਵਸੇਬਾ, ਆਪਤਾਕਾਲ ਸੇਵਾਵਾਂ, ਆਪਰੇਸ਼ਨ ਥੀਏਟਰ, ICU, ਬਰਨਜ਼ ਤੇ ਟਰੋਮਾ ਆਦਿ ਮੈਡੀਕਲ ਰਹਿੰਦ ਖੂੰਹਦ ਫੈਲਾਉਂਦੇ ਹਨ। ਦੂਸਰਾ ਹੈ ਕਲੀਨਿਕ, ਫਿਜ਼ੀਸ਼ੀਅਨ, ਡੈਂਟਿਸਟ, ਮੈਟਰਨਿਟੀ ਕਲੀਨਿਕ, ਇਮਿਊਨਾਈਜੇਸ਼ਨ ਕਲੀਨਿਕ, ਡਾਇਲਿਸਿਸ ਸੈਂਟਰ ਅਤੇ ਆਰਥੋਪੈਡਿਕਸ ਜਾਂ ਰਾਜ ਅਤੇ ਕੇਂਦਰ ਦੀਆਂ ਡਿਸਪੈਂਸਰੀਆਂ ਵੀ ਇਹ ਰਹਿੰਦ ਖੂੰਹਦ ਫੈਲਾਉਂਦੀਆਂ ਹਨ। ਥਰਡ ਹੈ ਹੈਲਥ ਕੇਅਰ ਆਰਗੇਨਾਈਜੇਸ਼ਨ, ਜਿਸ ਵਿੱਚ ਪੋਲੀਕਲੀਨਿਕ, ਨਰਸਿੰਗ ਹੋਮਸ, ਜੈਰੀਏਟ੍ਰਿਕਸ ਹੋਮਸ, ਦਿਮਾਗੀ ਅਪੰਗਾਂ ਲਈ ਘਰ, ਮੈਂਟਲ ਅਸਾਈਲਮ ਆਦਿ ਸ਼ਾਮਿਲ ਹਨ। ਚੌਥਾ ਹੈ ਸਪੋਰਟਸ ਸਰਵਿਸਿਜ਼, ਯਾਨੀ ਕਿ ਮਦਦ ਸੇਵਾਵਾਂ, ਜਿਸ ਵਿੱਚ ਬਲੱਡ ਬੈਂਕ, ਫਾਰਮੇਸੀ, ਮੋਰਚਰੀ ਯਾਨੀ ਕਿ ਮੁਰਦਾ ਘਰ, ਲਾਂਡਰੀ ਅਤੇ ਲੈਬੋਰਟਰੀਜ਼ ਸ਼ਾਮਿਲ ਹਨ। ਅਤੇ ਪੰਜਵਾਂ ਹੈ ਪਸ਼ੂਆਂ ਦੇ ਹਸਪਤਾਲ। ਇਹ ਸਭ ਚੀਜ਼ਾਂ ਤੋਂ ਜੋ ਵੀ ਮੈਡੀਕਲ ਰਹਿੰਦ ਖੂੰਹਦ ਪੈਦਾ ਹੁੰਦੀ ਹੈ। ਨੈਕਸਟ ਹੈ ਡਿਸਪੋਜ਼ਲ ਆਫ ਬਾਇਓਮੈਡੀਕਲ ਵੇਸਟ, ਯਾਨੀ ਕਿ ਰਹਿੰਦ ਖੂੰਹਦ ਦਾ ਨਿਪਟਾਰਾ। ਜੀਵ ਮੈਡੀਕਲ ਰਹਿੰਦ ਖੂੰਹਦ ਨੂੰ ਦੂਜੀ ਰਹਿੰਦ ਖੂੰਹਦ ਨਾਲ ਨਾ ਮਿਲਾਇਆ ਜਾਵੇ। ਜਦੋਂ ਕਿ ਇਸ ਦਾ ਨਿਪਟਾਰਾ ਕਰਨਾ ਹੋਵੇ, ਇਸ ਨੂੰ ਇਸ ਢੰਗ ਨਾਲ ਨਿਪਟਾਰਿਆ ਜਾਵੇ ਜਿਵੇਂ ਕਿ ਸ਼ਡਿਊਲ ਵਿੱਚ 1 ਅਤੇ ਪੱਧਰ ਨਿਯਤ ਸ਼ਡਿਊਲ 5 ਮੈਡੀਕਲ ਰਹਿੰਦ ਖੂੰਹਦ ਦੀ ਨੋਟੀਫਿਕੇਸ਼ਨ ਨਿਯਮ 1998 ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਭਾਰਤ ਸਰਕਾਰ ਅਨੁਸਾਰ ਕੀਤਾ ਗਿਆ ਹੈ। ਇੱਕ ਵਾਰ ਰਹਿੰਦ ਖੂੰਹਦ ਨੂੰ ਇੱਕ ਜਾਂ ਦੂਜੇ ਢੰਗ ਨਾਲ ਰੱਖ ਕੇ ਅੰਤ ਵਿੱਚ ਹੇਠ ਲਿਖੇ ਢੰਗਾਂ ਨਾਲ ਨਿਵਾਰਨ ਕੀਤਾ ਜਾਂਦਾ ਹੈ, ਜਿਸ ਵਿੱਚ ਪਹਿਲਾ ਹੈ ਆਮ ਜਾਂ ਖਤਰਨਾਕ ਰਹਿੰਦ ਖੂੰਹਦ। ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ: ਛੋਟੀ ਮਾਤਰਾ ਲਈ ਅਤੇ ਵੱਡੀ ਮਾਤਰਾ ਲਈ। ਛੋਟੀ ਮਾਤਰਾ ਵਿੱਚ ਧਰਤੀ ਨੂੰ ਪੂਰਨਾ ਯਾਨੀ ਕਿ ਦਬਾਉਣਾ, ਖਾਈ ਖੋਦ ਕੇ ਜਾਂ ਰੈਂਪ ਬਣਾ ਕੇ ਜਾਂ ਫਿਰ ਖੇਤਰ ਮਿੱਥਣ ਦਾ ਤਰੀਕਾ ਅਪਣਾ ਕੇ ਟੋਇਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਾਂ ਵਿੱਚ ਮਿੱਟੀ ਦੇ ਵਿੱਚ ਮਿਲਾ ਕੇ ਰਹਿੰਦ ਖੂੰਹਦ ਨੂੰ
ਨਸ਼ਟ ਕੀਤਾ ਜਾਂਦਾ ਹੈ। ਵੱਡੀ ਮਾਤਰਾ ਵਿੱਚ ਯਾਨੀ ਕਿ NADEP ਕੰਪੋਸਟਿੰਗ, ਪੈਲੇਸ਼ੀਏਸ਼ਨ ਟੈਕਨੋਲੋਜੀ, ਬਾਇਓਪ੍ਰੈਸ ਅਤੇ ਮੈਨਿਓਰ ਪਾਇਲੋਰਾਈਸਿਸ ਆਦਿ ਤਰੀਕਿਆਂ ਨਾਲ ਇਸ ਦਾ ਨਿਪਟਾਰਾ ਕੀਤਾ ਜਾਂਦਾ ਹੈ। ਦੂਸਰਾ ਹੈ ਫਾਲਤੂ ਪਾਣੀ ਅਤੇ ਤਰਲ ਰਹਿੰਦ ਖੂੰਹਦ ਦਾ ਨਿਪਟਾਰਾ। ਤਰਲ ਰਹਿੰਦ ਖੂੰਹਦ ਦਾ ਆਪਣੇ ਢੰਗ ਨਾਲ ਨਿਵਾਰਨ ਕੀਤਾ ਜਾਂਦਾ ਹੈ, ਜਿਵੇਂ ਕਿ ਸੀਵਰੇਜ ਵਿੱਚ ਸੁੱਟਿਆ ਜਾਂਦਾ ਹੈ ਜਾਂ ਚੂਸਣ ਵਾਲੇ ਟੋਇਆਂ ਵਿੱਚ ਸੁੱਟਿਆ ਜਾਂਦਾ ਹੈ। ਤੀਸਰਾ ਹੈ ਮਨੁੱਖੀ ਖੂਨ ਅਤੇ ਸਰੀਰ ਵਿੱਚੋਂ ਨਿਕਲਣ ਵਾਲੇ ਤਰਲਾਂ ਦਾ ਨਿਪਟਾਰਾ। ਇਹਨਾਂ ਨੂੰ ਭਸਮੀਕਰਨ ਕਿਰਿਆ ਦੁਆਰਾ ਭਸਮ ਕੀਤਾ ਜਾਂਦਾ ਹੈ। ਚੌਥਾ ਹੈ ਤਿੱਖੀਆਂ ਚੀਜ਼ਾਂ ਦਾ ਨਿਵਾਰਨ। ਸੂਈਆਂ ਖਤਮ ਕਰਨ ਵਾਲੇ ਯੰਤਰਾਂ ਨਾਲ ਖਤਮ ਕੀਤੀਆਂ ਜਾਣ ਅਤੇ ਸਰਿੰਜਾਂ ਨੂੰ 250 ਸੈਂਟੀਗ੍ਰੇਡ ਤੇ ਪਿਘਲਾ ਕੇ ਖਤਮ ਕੀਤਾ ਜਾਂਦਾ ਹੈ। ਮਾਈਕਰੋਬਾਇਓਲੋਜੀਕਲ ਰਹਿੰਦ ਖੂੰਹਦ ਦਾ ਨਿਵਾਰਨ। ਇਸ ਨੂੰ ਆਟੋਕਲੇਵਿੰਗ, ਹਾਈਡਰੋਕਲੇਵਿੰਗ ਅਤੇ ਮਾਈਕ੍ਰੋਵੇਵ ਨਾਲ ਖਤਮ ਕੀਤਾ ਜਾਂਦਾ ਹੈ। ਦਵਾਸਾਜੀ ਸੰਬੰਧੀ ਰਹਿੰਦ ਖੂੰਹਦ। ਇਸ ਨੂੰ ਜਲਾ ਕੇ ਖਤਮ ਕਰਨ ਦਾ ਵਧੀਆ ਤਰੀਕਾ ਹੈ ਤੇ ਸਵਾਹ ਨੂੰ ਟੋਏ ਵਿੱਚ ਭਰਨ ਲਈ ਵਰਤਿਆ ਜਾਂਦਾ ਹੈ। ਸੱਤਵਾਂ ਹੈ ਲਾਗ ਵਾਲੀ ਅਤੇ ਠੋਸ ਰਹਿੰਦ ਖੂੰਹਦ ਦਾ ਨਿਵਾਰਨ। ਇਸ ਨੂੰ ਪਹਿਲਾਂ ਘੱਟ ਘਾਤਕ ਰਹਿੰਦ ਖੂੰਹਦ ਵਿੱਚ ਬਦਲਿਆ ਜਾਂਦਾ ਹੈ, ਫਿਰ ਇਸ ਨੂੰ ਆਮ ਰਹਿੰਦ ਖੂੰਹਦ ਵਿੱਚ ਨਿਵਾਰਨ ਕੀਤਾ ਜਾਂਦਾ ਹੈ। ਅੱਠਵਾਂ ਹੈ ਰਸਾਇਣਿਕ ਰਹਿੰਦ ਖੂੰਹਦ ਦਾ ਨਿਵਾਰਨ। ਘੱਟ ਘਾਤਕ ਰਹਿੰਦ ਖੂੰਹਦ ਨੂੰ ਆਮ ਰਹਿੰਦ ਖੂੰਹਦ ਵਿੱਚ ਬਦਲਿਆ ਜਾਂਦਾ ਹੈ। ਘਾਤਕ ਨੂੰ ਵੀ ਨਾ ਘਾਤਕ ਵਿੱਚ ਬਦਲ ਕੇ ਇਸ ਦਾ ਨਿਵਾਰਨ ਕੀਤਾ ਜਾਂਦਾ ਹੈ। ਨੌਵਾਂ ਹੈ ਰੇਡੀਓ ਐਕਟਿਵ ਰਹਿੰਦ ਖੂੰਹਦ। ਇਹ ਭਾਭਾ ਰਿਸਰਚ ਸੈਂਟਰ ਦੀਆਂ ਹਦਾਇਤਾਂ ਅਨੁਸਾਰ ਨਿਯਮਾਂ ਤਹਿਤ ਨਿਵਾਰਨ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਅੱਗੇ ਹੈ ਦਬਾਅ ਵਾਲੇ ਕੰਟੇਨਰਾਂ ਦਾ ਨਿਵਾਰਨ। ਇਹਨਾਂ ਨੂੰ ਆਮ ਰਹਿੰਦ ਖੂੰਹਦ ਵਿੱਚ ਧਰਤੀ ਵਿੱਚ ਦਬਾ ਕੇ ਖਤਮ ਕੀਤਾ ਜਾਂਦਾ ਹੈ। ਸਾਰੇ ਰਿਕਾਰਡਾਂ ਦਾ ਮੁਆਇਨਾ ਕੀਤਾ ਜਾਣਾ ਚਾਹੀਦਾ ਹੈ ਤੇ ਕਿਸੇ ਵੀ ਸਮੇਂ ਨਿਯਤ ਅਧਿਕਾਰੀ ਵੱਲੋਂ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਅਧਿਕਾਰਤ ਵਿਅਕਤੀ ਰਿਕਾਰਡ ਕਾਇਮ ਰੱਖੇਗਾ ਜੋ ਕਿ ਆਮ ਕਲੈਕਸ਼ਨ, ਰਿਸੈਪਸ਼ਨ, ਸਟੋਰੇਜ, ਢੋਆ ਢੁਆਈ, ਬਦਲੀ ਅਤੇ ਨਿਵਾਰਨ ਤੇ ਹੋਰ ਕਿਸੇ ਵੀ ਤਰ੍ਹਾਂ ਦੀ ਰਹਿੰਦ ਖੂੰਹਦ ਨੂੰ ਰਿਕਾਰਡ ਵਿੱਚ ਰੱਖੇਗਾ। ਜਿਸ ਰਹਿੰਦ ਖੂੰਹਦ ਨੂੰ ਬਦਲਿਆ ਨਹੀਂ ਗਿਆ ਉਸ ਨੂੰ 48 ਘੰਟੇ ਦੇ ਅੰਦਰ ਅੰਦਰ ਹੀ ਬਦਲਿਆ ਜਾਵੇਗਾ। ਇਸ ਤਰੀਕੇ ਨਾਲ ਅਸੀਂ ਜੋ ਵੀ ਰਹਿੰਦ ਖੂੰਹਦ ਹੈ ਉਸ ਦਾ ਨਿਪਟਾਰਾ ਕਰ ਸਕਦੇ ਹਾਂ। ਨੈਕਸਟ ਥਰਡ ਪਾਰਟ ਹੈ ਸੈਗਰੀਗੇਸ਼ਨ ਐਂਡ ਟਰਾਂਸਪੋਰਟੇਸ਼ਨ ਆਫ ਬਾਇਓਮੈਡੀਕਲ ਵੇਸਟ, ਯਾਨੀ ਕਿ ਜੀਵ ਮੈਡੀਕਲ ਰਹਿੰਦ ਖੂੰਹਦ ਨੂੰ ਜੁਦਾ ਕਰਨਾ ਅਤੇ ਉਸਦੀ ਢੋਆ ਢੁਆਈ। ਜੀਵ ਮੈਡੀਕਲ ਰਹਿੰਦ ਖੂੰਹਦ ਨੂੰ ਜੁਦਾ ਕਰਨ ਅਤੇ ਢੋਆ ਢੁਆਈ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਜਿਵੇਂ ਕਿ ਜੀਵ ਮੈਡੀਕਲ ਰਹਿੰਦ ਖੂੰਹਦ ਨੂੰ ਦੂਜੀਆਂ ਰਹਿੰਦ ਖੂੰਹਦਾਂ ਨਾਲ ਨਾ ਮਿਲਾਇਆ ਜਾਵੇ। ਇਸ ਰਹਿੰਦ ਖੂੰਹਦ ਨੂੰ ਕੰਟੇਨਰਾਂ, ਬੈਗਾਂ ਵਿੱਚ ਵੱਖ-ਵੱਖ ਕੀਤਾ ਜਾਵੇ ਜੋ ਕਿ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਨਿਯਮ ਦੇ ਹਿਸਾਬ ਨਾਲ ਹੈ। ਉਸ ਹਿਸਾਬ ਨਾਲ ਉਸ ਉੱਪਰ ਲੇਬਲ ਕੀਤਾ ਜਾਵੇ। ਜੇਕਰ ਇੱਕ ਕੰਟੇਨਰ ਦੀ ਢੋਆ ਢੁਆਈ ਉਸ ਸਥਾਨ ਤੋਂ ਕੀਤੀ ਜਾਂਦੀ ਹੈ ਜਿੱਥੋਂ ਉਹ ਮਿਲ ਰਿਹਾ ਹੈ ਅਤੇ ਉਸ ਥਾਂ ਤੋਂ ਬਾਹਰ ਉਸਦਾ ਬਦਲਿਆ ਜਾ ਰਿਹਾ ਹੈ, ਤਦ ਕੰਟੇਨਰ ਰੂਲ 2 ਅਨੁਸਾਰ ਲੱਗੇ ਲੇਬਲ ਅਨੁਸਾਰ ਤੇ ਸ਼ਡਿਊਲ 4 ਅਨੁਸਾਰ ਸੂਚਨਾ ਦੇਵੇਗਾ। ਮੋਟਰ ਵਹੀਕਲ ਕਾਨੂੰਨ 1998 ਤੇ ਹੋਰ ਨਿਯਮਾਂ ਅਨੁਸਾਰ ਨਾ ਬਦਲਿਆ ਹੋਇਆ ਰਹਿੰਦ ਖੂੰਹਦ ਅਜਿਹੀ ਗੱਡੀ ਵਿੱਚ ਲਿਜਾਇਆ ਜਾਵੇਗਾ ਜੋ ਸਰਕਾਰ ਵੱਲੋਂ ਅਧਿਕਾਰਤ ਵਿਅਕਤੀ ਵੱਲੋਂ ਨਿਯਤ ਕੀਤੀ ਹੋਵੇਗੀ। ਇਸ ਚਿੱਤਰ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਜੋ ਵੀ ਗੱਡੀ ਹੈ ਉਸ ਵਿੱਚ ਬਾਇਓਮੈਡੀਕਲ ਵੇਸਟ ਨੂੰ ਢੋਆ ਢੁਆਈ ਕੀਤੀ ਜਾਂਦੀ ਹੈ। ਕੋਈ ਨਾ ਬਦਲਣ ਵਾਲਾ ਰਹਿੰਦ ਖੂੰਹਦ 48 ਘੰਟੇ ਤੋਂ ਵੱਧ ਨਹੀਂ ਰੱਖੀ ਜਾਵੇਗੀ। ਅਧਿਕਾਰਤ ਵਿਅਕਤੀ ਵੱਲੋਂ ਇਸ ਦੀ ਆਗਿਆ ਨਿਯਤ ਅਧਿਕਾਰੀ ਤੋਂ ਲੈਣੀ ਪਵੇਗੀ ਅਤੇ ਸਾਧਨ ਜੁਟਾਉਣੇ ਹੋਣਗੇ ਜਿਸ ਨਾਲ ਰਹਿੰਦ ਖੂੰਹਦ ਨੂੰ ਮਨੁੱਖੀ ਸਿਹਤ ਤੇ ਵਾਤਾਵਰਨ ਤੇ ਉਲਟਾ ਅਸਰ ਨਾ ਪੈ ਸਕੇ ਅਤੇ ਕਿਸੇ ਵੀ ਤਰ੍ਹਾਂ ਦੀ ਲਾਗ ਨਾ ਫੈਲ ਸਕੇ। ਰਹਿੰਦ ਖੂੰਹਦ ਦੇ ਨਿਪਟਾਰੇ ਲਈ ਵੱਖ-ਵੱਖ ਰੰਗਾਂ ਦੀ ਕੋਡਿੰਗ ਦਿੱਤੀ ਗਈ ਹੈ ਜਿਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਕਿਸ ਪ੍ਰਕਾਰ ਦੀ ਰਹਿੰਦ ਖੂੰਹਦ ਨੂੰ ਕਿਸ ਰੰਗ ਦੇ ਕੰਟੇਨਰ ਵਿੱਚ ਪਾਇਆ ਜਾਵੇ। ਅੱਗੇ ਦਿੱਤੇ ਚਿੱਤਰਾਂ ਵਿੱਚ ਤੁਸੀਂ ਇਹਨਾਂ ਬਾਰੇ ਦੇਖੋਗੇ।
color coding of biomedical waste। ਹੇਠ ਦਿੱਤੇ ਚਿੱਤਰ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਪਹਿਲਾ ਹੈ ਬਲੈਕ ਬੈਗ ਜਾਣੀ ਕਿ ਕਾਲਾ ਬੈਗ। ਇਸ ਵਿੱਚ ਆਮ ਨਾ ਘਾਤਕ ਰਹਿੰਦ ਖੂੰਹਦ ਦਾ ਨਿਪਟਾਰਾ ਕੀਤਾ ਜਾਂਦਾ ਹੈ। ਦੂਸਰਾ ਹੈ ਲਾਲ ਰੰਗ ਦਾ ਬੈਗ ਜਿਸ ਵਿੱਚ ਰਸਾਇਣ ਤੇ ਦਵਾਈਆਂ ਸਾਜੀ ਸੰਬੰਧੀ ਸਮਾਨ ਦਾ ਨਿਪਟਾਰਾ ਕੀਤਾ ਜਾਂਦਾ ਹੈ। ਤੀਸਰਾ ਹੈ ਪੀਲੇ ਰੰਗ ਦਾ, ਇਸ ਵਿੱਚ ਇਨਫੈਕਟਡ ਰਹਿੰਦ ਖੂੰਹਦ ਜਾਣੀ ਕਿ ਜੋ ਤਿੱਖੀ ਨਾ ਹੋਵੇ ਉਸ ਦਾ ਨਿਪਟਾਰਾ ਕੀਤਾ ਜਾਂਦਾ ਹੈ। ਚੌਥਾ ਹੈ ਨੀਲੇ ਰੰਗ ਦਾ ਬੈਗ, ਇਸ ਵਿੱਚ ਕਲੀਨਿਕ ਰਹਿੰਦ ਖੂੰਹਦ ਜਿਸ ਨੂੰ ਆਟੋਕਲੇਵ ਦੀ ਲੋੜ ਹੈ ਉਸ ਦਾ ਨਿਪਟਾਰਾ ਕੀਤਾ ਜਾਂਦਾ ਹੈ। ਤੇ ਅੱਗੇ ਹੈ ਪੰਜਵਾਂ ਹੈ ਸਫੇਦ ਰੰਗ ਦਾ ਯਾਨੀ ਕਿ ਵਾਈਟ ਬੈਗ। ਇਸ ਵਿੱਚ ਤਿੱਖਾ ਜੋ ਕਿ ਇਨਫੈਕਟਡ ਜਾਂ ਨਾ ਇਨਫੈਕਟਡ ਹੋਵੇ ਉਸ ਦੀ ਵਰਤੋਂ ਕੀਤੀ ਜਾਂਦੀ ਹੈ। ਕੰਟੇਨਰਾਂ ਦੇ ਰੰਗਾਂ ਤੇ ਕਿਸਮਾਂ ਜਿਨ੍ਹਾਂ ਰਾਹੀਂ ਜੀਵ ਮੈਡੀਕਲ ਰਹਿੰਦ ਖੂੰਹਦ ਦਾ ਨਿਵਾਰਨ ਕੀਤਾ ਜਾਂਦਾ ਹੈ ਜੋ ਕਿ ਵਾਤਾਵਰਨ ਅਤੇ ਜੰਗਲਾਤ ਮੰਤਰਾਲਿਆ ਦੀ ਅਗਵਾਈ ਦੀਆਂ ਲੀਹਾਂ ਅਨੁਸਾਰ ਹੈ। ਉਹ ਇਹ ਹੇਠ ਦਿੱਤੇ ਚਿੱਤਰ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਵਿੱਚ ਰਹਿੰਦ ਖੂੰਹਦ ਦੀ ਕੈਟੇਗਰੀ ਦੱਸੀ ਗਈ ਹੈ 1 ਤੋਂ ਲੈ ਕੇ 10 ਤੱਕ। ਫਿਰ ਉਸ ਦੇ ਹਿਸਾਬ ਨਾਲ ਕਿਹੜੀ ਰਹਿੰਦ ਖੂੰਹਦ ਉਸ ਵਿੱਚ ਵਰਤੀ ਜਾਂਦੀ ਹੈ। ਉਸ ਤੋਂ ਬਾਅਦ ਕੰਟੇਨਰਾਂ ਦੀਆਂ ਕਿਸਮਾਂ, ਕਿਸ ਤਰ੍ਹਾਂ ਦਾ ਕੰਟੇਨਰ ਉਸ ਰਹਿੰਦ ਖੂੰਹਦ ਲਈ ਵਰਤਿਆ ਜਾਂਦਾ ਹੈ ਤੇ ਉਸ ਵਿੱਚ ਕਿਹੜੇ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ, ਕਿਹੜੇ ਰੰਗ ਦਾ ਕੋਡ ਉਹਨੂੰ ਦਿੱਤਾ ਗਿਆ ਤੁਸੀਂ ਇਸ ਚਾਰਟ ਵਿੱਚ ਵੇਖ ਸਕਦੇ ਹੋ। ਅੱਗੇ ਜੀਵ ਮੈਡੀਕਲ ਰਹਿੰਦ ਖੂੰਹਦ ਦੀ ਢੋਆ ਢੁਆਈ। ਇਸ ਨੂੰ ਅੰਦਰੂਨੀ ਅਤੇ ਬਾਹਰਲੀ ਢੋਆ ਢੁਆਈ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਇੰਟਰਾਮਿਊਰਲ ਟਰਾਂਸਪੋਰਟੇਸ਼ਨ ਯਾਨੀ ਕਿ ਅੰਦਰਲੀ ਢੋਆ ਢੁਆਈ। ਕੇਂਦਰੀ ਗੈਂਗ ਦਾ ਸਫਾਈ ਕਰਨ ਵਾਲਾ ਸਟਾਫ ਹਰ ਵਾਰਡ ਦੇ ਕੈਮਰੇ, ਨਰਸਿੰਗ ਸਟੇਸ਼ਨ ਦੇ ਬਦਲੇ ਜਾਣ ਵਾਲੇ ਕੈਮਰੇ, ਉਪਚਾਰ ਵਾਲੀ ਥਾਂ ਤੋਂ ਵੱਖ-ਵੱਖ ਰੰਗਾਂ ਦੀ ਪੋਲੀਥੀਨ ਬੈਗ, ਕੂੜਾ ਕਰਕਟ ਸਮੇਟਣ ਵਾਲੇ ਕੂੜਾਦਾਨ ਦੀ ਢੋਆ ਢੁਆਈ ਲਈ ਜ਼ਿੰਮੇਵਾਰ ਹੋਵੇਗਾ। ਥੱਕਣ ਵਾਲੀਆਂ ਰੇਹੜੀਆਂ ਤੇ ਕੂੜਾ ਕਰਕਟ ਦੀਆਂ ਟਰਾਲੀਆਂ ਜੋ ਇਸ ਮੰਤਵ ਲਈ ਹਨ ਉਹੀ ਵਰਤੀਆਂ ਜਾਣ। ਵੱਖ-ਵੱਖ ਫਲੋਰਾਂ ਯਾਨੀ ਕਿ ਮੰਜ਼ਲਾਂ ਤੋਂ ਇਸ ਰੱਦੀ ਜਾਂ ਰਹਿੰਦ ਖੂੰਹਦ ਨੂੰ ਮੁੱਖ ਰੈਂਪ ਰਾਹੀਂ ਢੱਕੀਆਂ ਹੋਈਆਂ ਟਰਾਲੀਆਂ ਵਿੱਚ ਗਰਾਊਂਡ ਫਲੋਰ ਤੱਕ ਲਿਜਾਇਆ ਜਾਵੇਗਾ ਤੇ ਉੱਥੋਂ ਅੱਗੇ ਉਸ ਖੇਤਰ ਨੇੜੇ ਵਿੱਚ ਜਿੱਥੇ ਭਸਮ ਸਥਾਨ ਜਾਂ ਮੁਰਦਾ ਕਮਰਾ ਹੈ ਆਮ ਰਹਿੰਦ ਖੂੰਹਦ ਕਾਲੇ ਪੋਲੀਥੀਨ ਬੈਗ ਨੂੰ ਨਗਰ ਕੌਂਸਲ ਡੰਪ ਜੋ ਕਿ ਮੁਰਦਾ ਕਮਰਾ ਜਾਂ ਭਸਮ ਘਰ ਦੇ ਨਾਲ ਹੈ ਵਿੱਚ ਜਮ੍ਹਾਂ ਕਰਵਾਇਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਢੋਆ ਢੁਆਈ ਦੀ ਰਿਪੋਰਟ ਇੰਚਾਰਜ ਸਫਾਈ ਇੰਸਪੈਕਟਰ ਨੂੰ ਕਰਨੀ ਚਾਹੀਦੀ ਹੈ। ਇਹ ਉਸ ਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਟਰਾਲੀਆਂ ਗੱਡੀਆਂ ਦੀ ਸਫਾਈ ਕਰਵਾਏ ਅਤੇ ਰੋਗਾਣੂ ਰਹਿਤ ਕਰੇ। ਦੂਸਰਾ ਹੈ ਐਕਸਟਰਾਮਿਊਰਲ ਟਰਾਂਸਪੋਰਟ ਯਾਨੀ ਕਿ ਬਾਹਰੀ ਢੋਆ ਢੁਆਈ। ਨਗਰ ਕੌਂਸਲ ਅਧਿਕਾਰੀਆਂ ਵੱਲੋਂ ਜੋ ਰਹਿੰਦ ਖੂੰਹਦ ਕਾਲੇ ਰੰਗ ਦੇ ਪਲਾਸਟਿਕ ਬੈਗਾਂ ਵਿੱਚ ਇਕੱਠਾ ਕੀਤਾ ਗਿਆ ਹੈ ਉਸ ਦੀ ਢੋਆ ਢੁਆਈ ਕੀਤੀ ਜਾਵੇਗੀ। ਹਸਪਤਾਲ ਦੇ ਅਧਿਕਾਰੀਆਂ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਦਿਨ ਵਿੱਚ ਇੱਕ ਵਾਰ ਜ਼ਰੂਰ ਢੋਆ ਢੁਆਈ ਲਈ ਗੱਡੀ ਭੇਜੀ ਜਾਵੇ। ਅੱਗੇ ਟ੍ਰੀਟਮੈਂਟ ਐਂਡ ਡਿਸਪੋਜ਼ਲ ਆਫ ਹਸਪੀਟਲ ਵੇਸਟ। ਹਸਪਤਾਲ ਰਹਿੰਦ ਖੂੰਹਦ ਦਾ ਉਪਚਾਰ ਤੇ ਨਿਵਾਰਨ। ਪਹਿਲਾ ਹੈ ਨਗਰ ਕੌਂਸਲ ਅਧਿਕਾਰੀ। ਬਹੁਤੀ ਰਹਿੰਦ ਖੂੰਹਦ ਲਗਭਗ 80 ਤੋਂ 90% ਜੋ ਹਸਪਤਾਲ ਵਿੱਚ ਆਮ ਹੁੰਦੀ ਹੈ ਜਿਸ ਤਰ੍ਹਾਂ ਦੀ ਘਰਾਂ ਜਾਂ ਦਫ਼ਤਰਾਂ ਵਿੱਚ ਹੁੰਦੀ ਹੈ। ਇਹ ਰੱਦੀ ਰਹਿੰਦ ਖੂੰਹਦ ਰੋਗਾਣੂ ਰਹਿਤ, ਪੇਪਰਾਂ ਨਾਲ ਭਰੀ ਹੋਈ, ਭੋਜਨ ਦੇ ਬਚੇ ਅੰਸ਼, ਫਲਾਂ ਦੇ ਛਿਲਕੇ, ਚਾਹ ਦੇ ਕੱਪ, ਗੱਤਿਆਂ ਦੇ ਡੱਬੇ, ਕਵਰ ਅਤੇ ਹੋਰ ਨਿਵਾਰਨਯੋਗ ਵਸਤੂਆਂ ਹਨ। ਇਹਨਾਂ ਨੂੰ ਕਾਲੇ ਰੰਗ ਦੇ ਪੋਲੀਥੀਨ ਬੈਗਾਂ ਵਿੱਚ ਪਾ ਕੇ ਮੁਰਦਾ ਘਰ ਦੇ ਸਾਹਮਣੇ ਨਗਰ ਕੌਂਸਲ ਡੰਪ ਵਿੱਚ ਜਮ੍ਹਾਂ ਕਰਵਾਇਆ ਜਾਵੇ। ਇਸ ਨੂੰ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਇਕੱਤਰਿਤ ਕਰਕੇ ਹਰ ਰੋਜ਼ ਖਤਮ ਕੀਤਾ ਜਾਂਦਾ ਹੈ। ਸੈਨੇਟਰੀ ਇੰਸਪੈਕਟਰ ਇਸ ਤਾਲਮੇਲ ਲਈ ਜ਼ਿੰਮੇਵਾਰ ਹੈ। ਇਹ ਹਸਪਤਾਲ ਦੇ ਸਿਕਿਉਰਿਟੀ, ਪੁਲਿਸ ਜਾਂ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਕਿ ਕੂੜਾ ਚੁੱਕਣ ਵਾਲਿਆਂ ਨੂੰ ਡੰਪ ਵਿੱਚ ਵੜਨ ਦੀ ਆਗਿਆ ਨਾ ਦੇਵੇ। ਦੂਸਰਾ ਹੈ ਭਸਮੀਕਰਨ। ਪੀਲੇ ਥੈਲਿਆਂ ਵਿੱਚ ਇਕੱਤਰਿਤ ਕੀਤਾ ਰਹਿੰਦ ਖੂੰਹਦ ਨੂੰ ਭਸਮੀਕਰਨ ਵਾਲੀ ਥਾਂ
ਢੋਇਆ ਜਾਵੇ, ਜੋ ਕਿ ਜਨਰੇਟਰ ਵਾਲੇ ਕਮਰਿਆਂ ਦੇ ਨੇੜੇ ਬਣਾਏ ਜਾਂਦੇ ਹਨ। ਭਸਮ ਘਰ ਠੇਕੇ ਤੇ ਕੰਮ ਕਰਦਾ ਹੈ, ਜੋ ਕਿ ਇੰਜੀਨੀਅਰ ਵਰਗ ਵਿਭਾਗ ਦੇ ਨਿਗਰਾਨ ਖਾਮਿਆਂ ਵੱਲੋਂ ਸਾਂਭਿਆ ਜਾਂਦਾ ਹੈ। ਪੀਲੇ ਰੰਗ ਦੇ ਥੈਲਿਆਂ ਦੀ ਸੁਪਰਵਾਈਜ਼ਰ ਤੋਂ ਸਫਾਈ ਕਾਮਿਆਂ ਨੂੰ ਉਸਦੀ ਰਸੀਦ ਲੈਣੀ ਚਾਹੀਦੀ ਹੈ ਤੇ ਸਾਰੀ ਪ੍ਰਕਿਰਿਆ ਲਿਖਣੀ ਚਾਹੀਦੀ ਹੈ। ਇਹ ਨਿਗਰਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਕੂੜਾ ਚੁਗਣ ਵਾਲਿਆਂ ਨੂੰ ਜਾਂ ਨਾ ਚਾਹੇ ਵਿਅਕਤੀਆਂ ਨੂੰ ਇਸ ਨੂੰ ਫਰੋਲਣ ਦੀ ਆਗਿਆ ਨਾ ਦੇਵੇ। ਭਸਮ ਦੀ ਕਾਰਵਾਈ ਦੇ ਦੌਰਾਨ ਦੀ ਗਿਣਤੀ ਹਰ ਰੋਜ਼ ਲਾਗਬੁੱਕ ਵਿੱਚ ਲਿਖੀ ਜਾਵੇ। ਅੱਗੇ ਹੈ ਆਟੋਕਲੇਵਿੰਗ ਅਤੇ ਲੀਰੋਲੀਰ। ਜਦੋਂ ਕਿਸੇ ਹਸਪਤਾਲ ਵਿੱਚ ਆਟੋਕਲੇਵਿੰਗ ਦੀ ਸਹੂਲਤ ਲੱਗ ਜਾਂਦੀ ਹੈ, ਤਦ ਨੀਲੇ ਥੈਲਿਆਂ ਵਿੱਚ ਭਰੀਆਂ ਰਹਿੰਦ-ਖੂੰਹਦ ਢੋ ਕੇ ਉਸ ਥਾਂ ਤੇ ਲੀਰੋਲੀਰ ਕਰਨ ਲਈ ਭੇਜੀਆਂ ਜਾਂਦੀਆਂ ਹਨ। ਉੱਥੇ ਇਕੱਤਰਿਤ ਰਹਿੰਦ-ਖੂੰਹਦ ਅਤੇ ਲੀਰੋਲੀਰ ਕਰਨ ਦੀ ਸਾਰੀ ਕਾਰਵਾਈ ਰਜਿਸਟਰ ਵਿੱਚ ਦਰਜ ਕੀਤੀ ਜਾਵੇਗੀ। ਨਿਗਰਾਨ ਇਹ ਗੱਲ ਯਕੀਨੀ ਬਣਾਵੇਗਾ ਕਿ ਕੂੜਾ ਕਰਕਟ ਚੁਗਣ ਵਾਲੇ ਅਤੇ ਹੋਰ ਅਣਚਾਹੇ ਵਿਅਕਤੀ ਉੱਥੇ ਢੇਰੀ ਹੋਈ ਰਹਿੰਦ-ਖੂੰਹਦ ਕੋਲ ਨਾ ਜਾਣ। ਰੇਡੀਓ ਐਕਟਿਵ ਰਹਿੰਦ-ਖੂੰਹਦ। ਇਹ ਰਹਿੰਦ-ਖੂੰਹਦ ਉਸ ਪ੍ਰਕਿਰਿਆ ਵਿੱਚ ਹੁੰਦੀ ਹੈ ਜਦੋਂ ਅੰਗਾਂ ਦੀ ਇਮੇਜਿੰਗ ਹੁੰਦੀ ਹੈ ਜਾਂ ਟਿਊਮਰ ਇਲਾਜ ਦਾ ਰੇਡੀਓਥੈਰੇਪੀ ਵਿਭਾਗ ਕਰਕੇ ਹੁੰਦੀ ਹੈ। ਇਹਨਾਂ ਕਿਰਿਆਵਾਂ ਦਾ ਸਮਾਨ ਕੁਝ ਠੋਸ ਰੇਡੀਓ ਐਕਟਿਵ ਰਹਿੰਦ-ਖੂੰਹਦ ਪੈਦਾ ਕਰਦਾ ਹੈ, ਜਿਵੇਂ ਕਿ ਵਾਇਲਾਂ, ਸਰਿੰਜਾਂ, ਚੂਸਣ ਵਾਲੇ ਕਾਗਜ਼, ਬਚਾਓ ਵਾਲੇ ਕੱਪੜੇ ਵਗੈਰਾ। ਤਰਲ ਅਤੇ ਰਸਾਇਣਿਕ ਰਹਿੰਦ-ਖੂੰਹਦ। ਇਸ ਰਹਿੰਦ-ਖੂੰਹਦ ਨੂੰ ਰਸਾਇਣਿਕ ਢੰਗ ਨਾਲ ਰੋਗਾਣੂ ਰਹਿਤ ਕਰ ਲਿਆ ਜਾਵੇ। ਇਸ ਵਿੱਚ 1% ਸੋਡੀਅਮ ਹਾਈਡਰੋਕਲੋਰਾਈਡ ਘੋਲ ਵਰਤਿਆ ਜਾਵੇ ਤੇ ਫਿਰ ਇਸ ਨੂੰ ਨਾਲੀਆਂ ਤੇ ਸੀਵਰੇਜ ਵਿੱਚ ਛੱਡ ਦਿੱਤਾ ਜਾਵੇ ਅਤੇ ਨਿਯਮ ਅਨੁਸਾਰ ਇਹ ਇੱਧਰ-ਉੱਧਰ ਹੋ ਜਾਵੇਗਾ। ਇਸ ਤਰਲ ਰਹਿੰਦ-ਖੂੰਹਦ ਨੂੰ ਸਹੀ ਢੰਗ ਨਾਲ ਨਿਵਾਰਨ ਕਰਨ ਦੀ ਜ਼ਿੰਮੇਵਾਰੀ ਨਿਗਰਾਨ ਸੁਪਰਵਾਈਜ਼ਰ ਦੀ ਹੈ, ਜਦਕਿ ਹਫ਼ਤਾਵਾਰ ਆਮ ਸਫਾਈ ਦਾ ਜ਼ਿੰਮਾ ਨਰਸਿੰਗ ਸਟਾਫ ਦਾ ਹੈ, ਜੋ ਕਿ ਰਸਾਇਣਿਕ ਵਰਤਦੇ ਹਨ ਅਤੇ ਰਹਿੰਦ-ਖੂੰਹਦ ਪੈਦਾ ਕਰਦੇ ਹਨ। ਇਸ ਦਾ ਚੌਥਾ ਤੇ ਆਖਰੀ ਪੁਆਇੰਟ ਹੈ ਰੋਲ ਆਫ ਹਸਪੀਟਲ ਸਟਾਫ ਇਨ ਬਾਇਓਮੈਡੀਕਲ ਵੇਸਟ ਮੈਨੇਜਮੈਂਟ, ਯਾਨੀ ਕਿ ਜੀਵ ਮੈਡੀਕਲ ਰਹਿੰਦ-ਖੂੰਹਦ ਦੇ ਪ੍ਰਬੰਧ ਵਿੱਚ ਹਸਪਤਾਲ ਅਮਲੇ ਦੀ ਭੂਮਿਕਾ, ਜਿਸ ਵਿੱਚ ਪਹਿਲਾ ਹੈ ਮੈਡੀਕਲ ਸੁਪਰਡੈਂਟ ਦੀ ਭੂਮਿਕਾ। ਮੈਡੀਕਲ ਸੁਪਰਡੈਂਟ ਦੀ ਸਮੁੱਚੀ ਜ਼ਿੰਮੇਵਾਰੀ ਹੈ ਕਿ ਹਸਪਤਾਲ ਦੀ ਰਹਿੰਦ-ਖੂੰਹਦ ਦੇ ਪ੍ਰਬੰਧ ਲਈ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰੇ। ਇਹ ਵੀ ਯਕੀਨੀ ਬਣਾਵੇ ਕਿ ਇਸ ਰਹਿੰਦ-ਖੂੰਹਦ ਦਾ ਵਾਤਾਵਰਣ ਤੇ ਸਿਹਤ ਤੇ ਉਲਟ ਅਸਰ ਨਾ ਪਵੇ। ਉਹ ਉੱਚ ਅਧਿਕਾਰੀ ਪ੍ਰਤੀ ਜਵਾਬਦੇਹ ਹੈ ਕਿ ਰਹਿੰਦ-ਖੂੰਹਦ ਸੰਬੰਧੀ ਪਾਲਿਸੀ ਨੂੰ ਲਾਗੂ ਕਰੇ। ਦੂਸਰਾ ਹੈ ਕਮੇਟੀ, ਯਾਨੀ ਕਿ ਹਸਪਤਾਲ ਦੀ ਰਹਿੰਦ-ਖੂੰਹਦ ਪ੍ਰਬੰਧ ਕਮੇਟੀ ਦੇ ਕੰਮ, ਜਿਸ ਵਿੱਚ ਹੈ ਵਿਭਾਗਾਂ ਵਿੱਚ ਜੀਵ ਮੈਡੀਕਲ ਰਹਿੰਦ-ਖੂੰਹਦ ਲਈ ਨਿਯਮ ਤੇ ਅਗਵਾਈ ਲੀਹਾਂ ਵਿਭਾਗ ਵਿੱਚ ਵੰਡਣੀਆਂ। ਇਸ ਸੰਬੰਧੀ ਬਾਇਓਮੈਡੀਕਲ ਵੇਸਟ ਜਾਗਰੂਕਤਾ ਪ੍ਰੋਗਰਾਮ ਕਰਵਾਉਣੇ, ਡਾਕਟਰੀ ਇਕੱਤਰਤਾ ਲਈ ਟ੍ਰੇਨਿੰਗ ਪ੍ਰੋਗਰਾਮ ਕਰਵਾਉਣੇ, ਕਿੱਤਾਕਾਰਾਂ ਲਈ, ਨਰਸਿੰਗ ਕਿੱਤਾਕਾਰਾਂ ਲਈ, ਆਮ ਡਿਊਟੀ ਸਹਾਇਕਾਂ ਲਈ ਵੀ ਪ੍ਰੋਗਰਾਮ ਕਰਵਾਉਣੇ, ਉਹਨਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ। ਹਸਪਤਾਲ ਦੀ ਰਹਿੰਦ-ਖੂੰਹਦ ਪ੍ਰਬੰਧ ਕਮੇਟੀ ਦੀ ਮੀਟਿੰਗ ਕਰਵਾਉਣੀ ਅਤੇ ਵੱਖ-ਵੱਖ ਇਕੱਠਾ ਕਰਨਾ, ਸਟੋਰੇਜ ਜਾਂ ਰਹਿੰਦ-ਖੂੰਹਦ ਦੀ ਢੋਆ-ਢੁਆਈ ਬਾਰੇ ਵਿਸਥਾਰ ਵਿੱਚ ਯੋਜਨਾ ਬਣਾਉਣੀ ਤੇ ਲੋੜੀਂਦੀਆਂ ਵਸਤਾਂ ਪ੍ਰਾਪਤ ਕਰਨੀਆਂ। ਅੱਗੇ ਹੈ ਆਫਿਸ ਇੰਚਾਰਜ, ਰਹਿੰਦ-ਖੂੰਹਦ ਪ੍ਰਬੰਧ ਦੇ ਇੰਚਾਰਜ ਅਫਸਰ ਦੀ ਭੂਮਿਕਾ। ਇਸ ਰਹਿੰਦ-ਖੂੰਹਦ ਦੇ ਪ੍ਰਬੰਧ ਵਿੱਚ ਵਿਭਾਗਾਂ ਦੇ ਮੁਖੀ, ਇਨਫੈਕਸ਼ਨ ਕੰਟਰੋਲ ਅਫਸਰ ਅਤੇ ਮੈਟਰਨ ਇੰਚਾਰਜ ਅਫਸਰ ਹਨ। ਉਹ ਹਸਪਤਾਲ ਦੀ ਰਹਿੰਦ-ਖੂੰਹਦ ਕਮੇਟੀ ਦੇ ਮੈਂਬਰ ਹਨ। ਇਸ ਪ੍ਰੋਗਰਾਮ ਦੀ ਨਿਗਰਾਨੀ ਵੱਖ-ਵੱਖ ਪੱਧਰਾਂ ਤੇ ਪੈਦਾ ਕਰਨਾ, ਜੁਦਾ ਕਰਨਾ, ਇਕੱਠਾ ਕਰਨਾ, ਸਟੋਰੇਜ, ਢੋਆ-ਢੁਆਈ ਆਦਿ ਲਈ ਜ਼ਿੰਮੇਵਾਰ ਹਨ। ਅੱਗੇ ਹੈ ਹੈਡ ਜਾਂ ਫਿਰ ਇੰਚਾਰਜ ਆਫ ਲੈਬ। ਉਹ ਰਹਿੰਦ-ਖੂੰਹਦ ਲਈ ਨਿਵਾਰਨ ਲਈ ਤਰੀਕੇ ਬਣਾਉਣ ਅਤੇ ਪ੍ਰਬੰਧ ਢੰਗ ਲਈ ਆਪਣੇ ਵਿਭਾਗ ਲਈ ਜ਼ਿੰਮੇਵਾਰ ਹਨ। ਪ੍ਰਬੰਧ ਵੱਲੋਂ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ, ਉਹਨਾਂ ਅਨੁਸਾਰ ਹੀ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ। ਉਹ ਸਾਰੇ ਸਟਾਫ, ਡਾਕਟਰਾਂ, ਨਰਸਾਂ, ਹੋਰ ਸਿਹਤ ਕਾਮਿਆਂ ਦੇ ਗਰੁੱਪ ਡੀ ਸਟਾਫ ਨੂੰ ਟ੍ਰੇਨ ਕਰਨ ਲਈ ਵੀ ਜ਼ਿੰਮੇਵਾਰ ਹਨ ਅਤੇ ਜੀਵ ਮੈਡੀਕਲ ਰਹਿੰਦ-ਖੂੰਹਦ ਦੇ ਇੰਚਾਰਜ ਅਫਸਰ ਨਾਲ ਤਾਲਮੇਲ ਕਰਕੇ ਪ੍ਰਬੰਧਕੀ ਸਹਾਇਤਾ ਲੈਣਗੇ। ਨੈਕਸਟ ਹੈ
ਮੈਟਰਨ ਜਾਂ ਨਰਸਿੰਗ ਸੁਪਰੀਡੈਂਟ। ਮੈਟਰਨ ਹਸਪਤਾਲ ਦੀ ਰਹਿੰਦ ਖੂੰਹਦ ਲਈ ਸੀਨੀਅਰ ਪ੍ਰਬੰਧਕੀ ਡਿਪਟੀ ਨੂੰ ਸਿਸਟਰ ਇੰਚਾਰਜ ਬਣਾਵੇਗੀ, ਜੋ ਕਿ ਕਾਰਵਾਈ ਨੂੰ ਚਾਲੂ ਰੱਖੇਗੀ। ਉਹ ਅਚਾਨਕ ਦੌਰੇ ਕਰੇਗੀ, ਮੁੜ ਵਿਚਾਰ ਮੁਲਾਂਕਣ ਕਰੇਗੀ ਕਿ ਕਿਹੜੇ ਪੱਧਰ ਤੇ ਹਸਪਤਾਲ ਦੀ ਰਹਿੰਦ ਖੂੰਹਦ ਨਿਵਾਰਨ ਤੱਕ ਸਹੀ ਢੰਗ ਨਾਲ ਸਮੇਟੀ ਜਾ ਸਕਦੀ ਹੈ। ਨੈਕਸਟ ਹੈ ਸੈਨੀਟੇਸ਼ਨ ਇੰਸਪੈਕਟਰ। ਇੰਚਾਰਜ ਸਫਾਈ ਇੰਸਪੈਕਟਰ ਹਸਪਤਾਲ ਦੀ ਰਹਿੰਦ ਖੂੰਹਦ ਦੀ ਨਿਗਰਾਨੀ, ਮੁਲਾਂਕਣ ਲਈ ਇਕੱਠਾ ਕਰਨ ਤੋਂ ਲੈ ਕੇ ਆਖਰੀ ਨਿਵਾਰਨ ਤੱਕ ਜ਼ਿੰਮੇਵਾਰ ਹੋਵੇਗਾ। ਉਹ ਹਸਪਤਾਲ ਦੀ ਰਹਿੰਦ ਖੂੰਹਦ ਸਮੇਂ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਿਲ ਹੋਵੇਗਾ ਅਤੇ ਸਟਾਫ ਦੀ ਟ੍ਰੇਨਿੰਗ ਨੂੰ ਯਕੀਨੀ ਬਣਾਵੇਗਾ। ਨੈਕਸਟ ਹੈ ਟ੍ਰੇਨਿੰਗ ਔਨ ਹਸਪੀਟਲ ਵੇਸਟ ਮੈਨੇਜਮੈਂਟ। ਹਸਪਤਾਲ ਦੀ ਰਹਿੰਦ ਖੂੰਹਦ ਲਈ ਟ੍ਰੇਨਿੰਗ। ਜੀ ਮੈਡੀਕਲ ਰਹਿੰਦ ਖੂੰਹਦ ਦੇ ਪ੍ਰਬੰਧ ਨੂੰ ਸਮਝਣਾ ਤੇ ਲਾਗੂ ਕਰਨ ਲਈ ਇਹ ਗੱਲ ਲਾਜ਼ਮੀ ਹੈ ਕਿ ਹਰ ਵਰਗ ਦੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਜਾਵੇ, ਜਿਵੇਂ ਰੈਜ਼ੀਡੈਂਟ ਡਾਕਟਰ, ਨਰਸ, ਪੈਰਾਮੈਡੀਕਲ ਸਟਾਫ, ਆਮ ਡਿਊਟੀ ਸਹਾਇਕ, ਕੈਂਟੀਨ ਸਟਾਫ ਆਦਿ। ਟ੍ਰੇਨਿੰਗ ਦੇਣ ਤੋਂ ਪਹਿਲਾਂ ਟ੍ਰੇਨਿੰਗ ਦੀਆਂ ਲੋੜਾਂ ਦੀ ਪਛਾਣ ਕੀਤੀ ਜਾਵੇ ਤੇ ਟ੍ਰੇਨਿੰਗ ਪ੍ਰੋਗਰਾਮ ਦੇ ਵੇਰਵੇ ਦਿੱਤੇ ਜਾਣ। ਇਸ ਵਿੱਚ ਕੁਝ ਹੇਠ ਲਿਖੀਆਂ ਗੱਲਾਂ ਸ਼ਾਮਿਲ ਹਨ। ਵੱਖ-ਵੱਖ ਵਰਗ ਦੀ ਜਾਗਰੂਕਤਾ, ਜੋ ਕਿ ਰਹਿੰਦ ਖੂੰਹਦ ਅਤੇ ਸੰਭਾਵੀ ਖਤਰਿਆਂ ਬਾਰੇ ਹੋਵੇ। ਰਹਿੰਦ ਖੂੰਹਦ ਨੂੰ ਘੱਟ ਕਰਨਾ ਅਤੇ ਸੁੱਟਣ ਵਾਲੀਆਂ ਵਸਤੂਆਂ ਨੂੰ ਘਟਾਉਣਾ। ਵੱਖ ਕਰਨ ਵਾਲੀ ਨੀਤੀ, ਤਿੱਖੀਆਂ ਚੀਜ਼ਾਂ ਦੀ ਸਹੀ ਤੇ ਸੁਰੱਖਿਅਤ ਵਰਤੋਂ, ਬਚਾਓ ਲਈ ਗੇਅਰ ਦੀ ਵਰਤੋਂ, ਕੰਟੇਨਰਾਂ ਦੀ ਕਲਰ ਕੋਡਿੰਗ, ਰਹਿੰਦ ਖੂੰਹਦ ਦਾ ਸਹੀ ਇਲਾਜ, ਦੁਰਘਟਨਾ ਤੇ ਰਿਆਸਤ ਦਾ ਪ੍ਰਬੰਧ, ਕਿੱਤਾਕਾਰੀ ਸਿਹਤ ਅਤੇ ਸੁਰੱਖਿਆ। ਇਹ ਸਭ ਚੀਜ਼ਾਂ ਬਾਰੇ ਸਾਰੇ ਸਟਾਫ ਨੂੰ ਜਾਗਰੂਕ ਕਰਨਾ ਚਾਹੀਦਾ ਹੈ।